ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਕੀਤਾ ਕਰਣਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰਿ ਭਾਵੈ ਤਿਉ ਰਖੀਐ। ਮੇਰਾ ਹਰਿ ਜੀਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ। ਜਿਉ ਭਾਵੈ ਤਿਵੈ ਬਖਸ਼, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ। ਜਿਉ ਭਾਵੈ ਤਿਵੈ ਬਖਸ਼। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ। ਨਾਨਕ ਫਾਂਸੀ ਗਲ ਪਰੀ, ਚਿਤਵਤ ਰਹਿਓ ਠਗੌਰ। ਨਾਨਕ ਫਾਂਸੀ ਗਲ ਪਰੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਕੁੱਲ ਕਾਇਨਾਤ ਦੇ ਮਾਲਕ, ਸੁਖਾਂ ਦੇ ਸਾਗਰ, ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਬੜੇ ਪਿਆਰ ਬੜੇ ਅਦਬ ਦੇ ਨਾਲ ਇਲਾਹੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ। ਆਓ ਸਾਧ ਸੰਗਤ ਉਸੇ ਹੀ ਪਿਆਰ ਅਦਬ ਦੇ ਵਿੱਚ ਟਿਕ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਲੋਕ, ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ। ਨਾਨਕ ਫਾਂਸੀ ਗਲ ਪਰੀ। 38ਵਾਂ 38th ਸ਼ਲੋਕ ਹੈ ਸਤਿਗੁਰਾਂ ਦਾ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਇਨਸਾਨ ਸੋਚਦਾ ਕੁਝ ਹੋਰ ਹੈ, ਪਰ ਹੋ ਕੁਝ ਹੋਰ ਹੀ ਜਾਂਦਾ ਹੈ। ਮਾਇਆ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬਸ ਸੋਚਦਿਆਂ ਸੋਚਦਿਆਂ ਹੀ ਉਹ ਸਮਾਂ ਆ ਜਾਂਦਾ ਹੈ ਜਦੋਂ ਨਾਨਕ ਫਾਂਸੀ ਗਲ ਪਰੀ, ਮੌਤ ਦੀ ਫਾਹੀ ਗਲੇ ਦੇ ਵਿੱਚ ਆਣ ਕੇ ਪੈ ਜਾਂਦੀ ਹੈ। ਜੀਵਨ ਸਮਾਪਤ ਹੋ ਜਾਂਦਾ ਹੈ, ਸੋਚਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸਾਹਿਬ ਜੀ ਕੀ ਬਖਸ਼ਿਸ਼ ਕਰ ਰਹੇ ਨੇ ਇਸ ਪਾਵਨ ਸ਼ਲੋਕ ਦੇ ਵਿੱਚ, ਇਹ ਆਪ ਸਰਬੱਤ ਸੰਗਤ ਨਾਲ ਵਿਚਾਰਨਾ ਹੈ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਝੁਕਾਈਏ ਸੀਸ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਇੱਕ ਚੇਤ, ਇੱਦਾਂ ਕਹਿ ਲਈਏ ਕਿ ਅੱਜ ਜੇ ਸੰਗਰਾਂਦ ਦਾ ਦਿਹਾੜਾ ਹੈ ਤੇ ਅੱਜ ਨਵਾਂ ਸਾਲ ਵੀ ਆਰੰਭ ਹੋਇਆ ਹੈ। ਸਾਰੇ ਸੰਸਾਰ ਦੇ ਵਿੱਚ ਜਿਹੜਾ ਜਨਵਰੀ ਨੂੰ 1 ਜਨਵਰੀ ਨੂੰ ਨਵਾਂ ਸਾਲ ਹੁੰਦਾ ਹੈ, ਮਨਾਇਆ ਜਾਂਦਾ ਹੈ। ਬੜੇ ਧੂਮ ਧਾਮ ਨਾਲ ਲੋਕ ਮਨਾਉਂਦੇ ਨੇ।
ਇੱਥੋਂ ਸਿੰਗਾਪੁਰ ਦੀ ਗੱਲ ਕਰੀਏ, ਚਾਈਨੀਜ਼ ਨਿਊ ਈਅਰ ਬੜੇ ਅਦਬ ਦੇ ਨਾਲ ਮਨਾਇਆ ਜਾਂਦਾ ਹੈ, ਛੁੱਟੀਆਂ ਵੀ ਹੁੰਦੀਆਂ ਨੇ। ਹਰ ਇੱਕ ਕੌਮ ਆਪਣਾ ਨਵਾਂ ਸਾਲ ਮਨਾਉਂਦੀ ਹੈ, ਹਰ ਇੱਕ ਧਰਮ ਦੇ ਦੁਆਰਾ ਆਪਣਾ ਨਵਾਂ ਸਾਲ ਜਿਹੜਾ ਉਹਨਾਂ ਦੇ ਅਕੋਰਡਿੰਗਲੀ ਆਉਂਦਾ ਹੈ ਉਹ ਮਨਾਇਆ ਜਾਂਦਾ ਹੈ। ਇਸਲਾਮ ਦਾ ਆਪਣਾ ਵੱਖਰਾ ਹੈ। ਬਿਲਕੁਲ ਉਸੇ ਤਰ੍ਹਾਂ ਅਕੋਰਡਿੰਗ ਟੂ ਗੁਰਬਾਣੀ, ਜੋ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਦੇ ਮੁਤਾਬਕ ਅੱਜ ਇੱਕ ਚੇਤ ਦਾ ਜਿਹੜਾ ਦਿਨ ਹੈ, ਇਹ ਨਵਾਂ ਸਾਲ ਆਰੰਭ ਹੋ ਰਿਹਾ ਹੈ। ਬਹੁਤਿਆਂ ਨੂੰ, ਮੈਨੂੰ ਪਤਾ ਹੈ ਕਿ ਸਾਡੇ ਵਿੱਚੋਂ ਨਹੀਂ ਪਤਾ, ਪਰ ਅੱਜ ਨਵਾਂ ਸਾਲ ਆਰੰਭ ਹੋ ਰਿਹਾ ਹੈ। ਸੋ ਸਰਬੱਤ ਸੰਗਤ ਨੂੰ ਸਭ ਤੋਂ ਪਹਿਲਾਂ ਨਾਨਕ ਸ਼ਾਹੀ ਸੰਮਤ 553 553 ਮੁਬਾਰਕ ਹੋਵੇ ਜੀ। ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਰ ਚਾਹਤ ਕਛ ਔਰੈ ਕੀ ਔਰੈ ਭਈ। ਖਿਆਲ ਕਰਿਓ ਸਾਧ ਸੰਗਤ, ਇਨਸਾਨ ਜੋ ਸੋਚਦਾ ਹੈ ਨਾ, ਜ਼ਰੂਰੀ ਨਹੀਂ ਕਿ ਜੋ ਸੋਚਦਾ ਪਿਆ ਹੈ ਉਹ ਹੋ ਵੀ ਜਾਏ। ਇਨਸਾਨ ਸੋਚ ਜ਼ਰੂਰ ਸਕਦਾ ਹੈ, ਸੋਚਣ ਦੇ ਵਿੱਚ ਇੰਡੀਪੈਂਡੈਂਟ ਹੈ, ਸੁਤੰਤਰ ਹੈ, ਕੁਝ ਵੀ ਸੋਚ ਸਕਦਾ ਹੈ, ਪਰ ਇਹ ਕਲੇਮ ਨਹੀਂ ਕੀਤਾ ਜਾ ਸਕਦਾ ਕਿ ਜੋ ਮੈਂ ਸੋਚਦਾ ਪਿਆ ਵਾਂ ਉਸ ਸੋਚ ਦੇ ਮੁਤਾਬਕ ਹੋਵੇ ਵੀ। ਜੇ ਸੌਖਾ ਸਮਝਣਾ ਹੋਵੇ ਤੇ ਇਦਾਂ ਕਹਿ ਲਈਏ, ਇੱਕ ਛੋਟਾ ਜਿਹਾ ਬੱਚਾ, ਉਹ ਵੀ ਸੋਚਦਾ ਹੈ ਨਾ ਕੁਝ, ਉਹਦੇ ਵੀ ਮਨ ਦੀ ਕੋਈ ਇੱਛਾ ਹੈ, ਉਹ ਚਾਕਲੇਟ ਖਾਣਾ ਚਾਹੁੰਦਾ ਹੈ, ਤੇ ਜ਼ਰੂਰੀ ਨਹੀਂ ਹੈ ਕਿ ਜੇ ਉਹ ਚਾਕਲੇਟ ਖਾਣਾ ਚਾਹ ਰਿਹਾ, ਬੜੀ ਇੱਛਾ ਹੈ ਉਹਦੇ ਮਨ ਦੇ ਵਿੱਚ, ਤੇ ਪਿਤਾ ਉਹਨੂੰ ਚਾਕਲੇਟ ਲੈ ਕੇ ਦੇਵੇ ਵੀ, ਹੋ ਨਹੀਂ ਸਕਦਾ। ਜੇ ਪਿਤਾ ਉਹਦੀ ਸਿਹਤ ਦਾ ਖਿਆਲ ਰੱਖੇਗਾ ਤੇ ਸੰਭਵ ਹੈ ਕਿ ਪਿਤਾ ਉਸ ਨੂੰ ਚਾਕਲੇਟ ਲੈ ਕੇ ਨਹੀਂ ਦੇਵੇਗਾ। ਹੁਣ ਬੱਚੇ ਦੀ ਸੋਚ ਹੈ ਨਾ, ਬੱਚਾ ਚਾਹੁੰਦਾ ਹੈ ਪਰ ਮਿਲ ਨਹੀਂ ਰਿਹਾ। ਇੱਕ ਨੌਜਵਾਨ ਦੀ ਵੀ ਮਨ ਦੇ ਵਿੱਚ ਕੋਈ ਇੱਛਾ ਹੈ ਕਿ ਮੈਨੂੰ ਮੇਰੇ ਜੀਵਨ ਦੇ ਵਿੱਚ ਸਫਲਤਾ ਮਿਲ ਜਾਵੇ, ਮੇਰਾ ਵੀ ਕੋਈ ਸਟੇਟਸ ਦੁਨੀਆ ਦੇ ਵਿੱਚ ਐਸਾ ਹੋਏ ਜਿਹਦੇ ਨਾਲ ਮੇਰੀ ਜ਼ਿੰਦਗੀ ਜਿਹੜੀ ਹੈ ਬੜੇ ਆਰਾਮ ਦੇ ਨਾਲ ਬਤੀਤ ਹੋਵੇ, ਮੇਰੇ ਕੋਲ ਜ਼ਿੰਦਗੀ ਗੁਜ਼ਾਰਨ ਵਾਸਤੇ ਸਫੀਸ਼ੀਐਂਟ ਮਾਇਆ ਹੋਵੇ, ਪੈਸਾ ਹੋਵੇ, ਜਿਹਦੇ ਨਾਲ ਮੈਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ। ਤੇ ਜ਼ਰੂਰੀ ਨਹੀਂ ਕਿ ਹਰ ਇੱਕ ਸੋਚਣ ਵਾਲਾ ਜਿਹੜਾ ਨੌਜਵਾਨ ਹੈ, ਉਹਦੀ ਸੋਚ ਦੇ ਮੁਤਾਬਕ ਉਹਦੇ ਕੋਲ ਇੰਨਾ ਕੁ ਪੈਸਾ ਹੋ ਜਾਏ ਕਿ ਉਹਦੀ ਜ਼ਿੰਦਗੀ ਬੜੀ ਸੌਖੀ ਲੰਘ ਜਾਵੇ। ਕੌਣ ਚਾਹੁੰਦਾ ਹੈ ਕਿ ਉਹਦੇ ਜੀਵਨ ਦੇ ਵਿੱਚ ਦੁੱਖ ਆਉਣ? ਕਿਸ ਦੀ ਇਹ ਇੱਛਾ ਹੈ ਕਿ ਉਹ ਬੜੀ ਸਖਤ ਮਿਹਨਤ ਕਰੇ ਤੇ ਮਿਹਨਤ ਕਰਨ ਤੋਂ ਬਾਅਦ ਵੀ ਉਹਦੇ ਪੱਲੇ ਕੁਝ ਨਾ ਪਵੇ, ਉਹਦੇ ਹੱਥ ਵਿੱਚ ਕੁਝ ਜ਼ਿਆਦਾ ਪੈਸੇ ਨਾ ਆਉਣ? ਕੌਣ ਚਾਹੁੰਦਾ ਹੈ? ਕੋਈ ਨਹੀਂ ਚਾਹੇਗਾ। ਹਰ ਇੱਕ ਦੀ ਇੱਛਾ ਇਹੀ ਹੁੰਦੀ ਹੈ ਕਿ ਜੀਵਨ ਦੇ ਵਿੱਚ ਸੁੱਖ ਆਉਣ, ਇੰਨੀ ਕੁ ਕਮਾਈ ਮੈਂ ਕਰਾਂ ਕਿ ਮੇਰਾ ਜੀਵਨ ਬੜਾ ਖੁਸ਼ਹਾਲ ਹੋਵੇ, ਮੇਰੇ ਪਰਿਵਾਰ ਦੀਆਂ ਲੋੜਾਂ ਮੈਂ ਪੂਰੀਆਂ ਕਰ ਸਕਾਂ। ਹਰ ਇੱਕ ਦੀ ਇੱਛਾ ਹੈ, ਪਰ ਜ਼ਰੂਰੀ ਨਹੀਂ ਸਾਧ ਸੰਗਤ ਕਿ ਹਰ ਇੱਕ ਦੀ ਸੋਚ, ਹਰ ਇੱਕ ਦੀ ਇੱਛਾ ਉਹਦੇ ਅਕੋਰਡਿੰਗਲੀ ਪੂਰੀ ਹੋ ਜਾਏ। ਇੱਥੇ ਇੱਕ ਪਰਮਾਤਮਾ ਦਾ ਬਣਾਇਆ ਹੋਇਆ ਕਾਨੂੰਨ ਕੰਮ ਕਰਦਾ ਹੈ। ਇਨਸਾਨ ਸੋਚ ਜ਼ਰੂਰ ਸਕਦਾ ਹੈ, ਪਰ ਹੋਵੇਗਾ ਉਹ ਜੋ ਉਹਦੀ ਰਜ਼ਾ ਹੈ। ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੀਏ। ਦਰਸ਼ਨ ਕਰਨ ਦਾ ਮਤਲਬ ਬਾਣੀ ਪੜ੍ਹ ਕੇ ਦੇਖੀਏ ਤਾਂ ਸਾਹਿਬ ਜੀ ਵਾਰ-ਵਾਰ ਸਾਨੂੰ ਕਹਿਣਗੇ ਕਿ ਪਰਮਾਤਮਾ ਦੀ ਪੈਦਾ ਕੀਤੀ ਹੋਈ ਹਰ ਇੱਕ ਵਸਤੂ ਕਹਿ ਲਈਏ, ਹਰ ਇੱਕ ਨੈਚੁਰਲ ਸੋਰਸ ਕਹਿ ਲਈਏ, ਜਾਂ ਪੂਰੀ ਕ੍ਰੀਏਸ਼ਨ ਕਹਿ ਲਈਏ, ਉਹਦੇ ਹੁਕਮ ਦੇ ਵਿੱਚ ਚੱਲਦੀ। ਆਸਾ ਕੀ ਵਾਰ ਦੇ ਵਿੱਚ ਆਪਾਂ ਪੜ੍ਹਿਆ ਨਾ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲਣਾ ਲੱਖ ਦਰਿਆਓ। ਰੱਬ ਦੇ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ। ਸਾਹਿਬ ਜੀ ਕਹਿੰਦੇ ਇਸ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ, ਅਸੈਪਟ ਕਰ ਉਹਦੇ ਹੁਕਮ ਨੂੰ, ਉਹਦੀ ਰਜ਼ਾ ਦੇ ਵਿੱਚ ਚੱਲ, ਉਹਦੀ ਰਜ਼ਾ ਨੂੰ, ਉਹਦੇ ਹੁਕਮ ਨੂੰ ਸਮਝ। ਜੇ ਉਹਦੀ ਰਜ਼ਾ ਨੂੰ ਸਮਝੇਗਾ ਤੇ ਤੇਰੇ ਜੀਵਨ ਦੇ ਵਿੱਚ ਸੁੱਖ ਆਏਗਾ। ਪਰ ਜੇਕਰ ਤੂੰ ਉਸ ਦੀ ਰਜ਼ਾ ਨੂੰ ਨਾ ਪਹਿਚਾਣ ਸਕਿਆ ਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ, ਹੋਣਾ ਉਹੀ ਹੈ ਜੋ ਉਹਦੀ ਰਜ਼ਾ ਹੋਏਗੀ। ਤੂੰ ਸੋਚ ਜ਼ਰੂਰ ਸਕਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਵਚਨ ਹੈ। ਪਾਤਸ਼ਾਹ ਜੀ ਪਤਾ ਕੀ ਕਹਿੰਦੇ? ਕਹਿੰਦੇ ਇੱਕ ਮਾਂ ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ। ਵਚਨ ਬੜੇ ਪਿਆਰੇ, ਐਗਜ਼ਾਮਪਲ ਬੜੀ ਪਿਆਰੀ ਦਿੱਤੀ ਹੈ ਗੁਰੂ ਸਾਹਿਬ ਨੇ। ਕਹਿੰਦੇ ਇੱਕ ਔਰਤ ਜਿਉਂ ਜਨਨੀ, ਜਨਨੀ ਦਾ ਮਤਲਬ ਹੈ ਔਰਤ, ਮਾਂ ਕਹਿ ਲਈਏ। ਗਰਭ ਪਾਲਤੀ, ਗਰਭ ਪਾਲਤੀ ਦਾ ਮਤਲਬ ਹੈ ਕਿ ਉਹਦੇ ਪੇਟ ਦੇ ਵਿੱਚ, ਉਹਦੇ ਗਰਭ ਦੇ ਵਿੱਚ ਬੱਚਾ ਹੈ, ਬੱਚਾ ਪਲਦਾ ਪਿਆ ਹੈ ਅੰਦਰ। ਰੱਬ ਦੀ ਰਹਿਮਤ ਹੋਈ, ਅੰਦਰ ਬੱਚੇ ਦਾ ਨਿਵਾਸ ਹੋਇਆ। ਹਰ ਇੱਕ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਘਰ ਦੇ ਵਿੱਚ ਔਲਾਦ ਹੋਏ, ਤੇ ਉਸ ਰੱਬ ਦੀ ਕਿਰਪਾ ਦੇ ਨਾਲ ਅੰਦਰ ਬੱਚੇ ਦਾ ਨਿਵਾਸ ਹੁੰਦਾ ਹੈ, ਗਰਭ ਦੇ ਵਿੱਚ ਬੱਚਾ ਪਲਦਾ ਪਿਆ ਹੈ। ਤੇ ਹੁਣ ਬੱਚੇ ਦੇ
ਅੰਦਰ ਪਲਣ ਦੇ ਨਾਲ ਹੀ ਮਨ ਦੇ ਵਿੱਚ ਵੀ ਇੱਕ ਮਾਂ ਦੀ ਇੱਛਾ ਹੈ ਨਾ। ਉਹ ਇੱਛਾ ਕੀ ਹੈ, ਉਹ ਆਸ ਕੀ ਹੈ ਕਿ ਮੇਰੇ ਘਰੇ ਪੁੱਤਰ ਪੈਦਾ ਹੋਵੇ। ਸਾਧ ਸੰਗਤ ਤੋਂ ਵੈਸੇ ਇੱਕ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਲੜਕੇ ਤੇ ਲੜਕੀ ਦਾ ਬਹੁਤਾ ਡਿਫਰੈਂਸ ਨਹੀਂ ਕੀਤਾ ਜਾਂਦਾ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ। ਪਰ ਕੋਈ ਐਸਾ ਸਮਾਂ ਵੀ ਸੀ ਜਾਂ ਅਜੇ ਵੀ ਕੁਝ ਲੋਕ ਐਸੇ ਹੈਗੇ ਨੇ ਜਿਹੜੇ ਲੜਕੇ ਤੇ ਲੜਕੀ ਦੇ ਵਿੱਚ ਬੜਾ ਫਰਕ ਰੱਖਦੇ ਨੇ, ਭੇਦਭਾਵ ਕੀਤਾ ਜਾਂਦਾ ਹੈ। ਅਜੇ ਵੀ ਕੁਝ ਐਸੇ ਲੋਕ, ਐਸੀ ਮਾਨਸਿਕਤਾ ਵਾਲੇ, ਐਸੀ ਮੈਂਟੈਲਿਟੀ ਵਾਲੇ ਲੋਕ ਇਸ ਦੁਨੀਆ ਦੇ ਵਿੱਚ ਮੌਜੂਦ ਨੇ ਜਿਹੜੇ ਆਪਣੇ ਘਰ ਦੇ ਵਿੱਚ ਪੁੱਤਰ ਨੂੰ ਉਹਦੀ ਦਾਤ ਮੰਗਦੇ ਨੇ, ਪੁੱਤਰ ਦੀ ਦਾਤ ਮੰਗਣਗੇ, ਕੁੜੀ ਕੋਈ ਨਹੀਂ ਜੇ ਮੰਗਦਾ। ਬਹੁਤ ਲੋਕ ਐਸੇ ਵੀ ਨੇ, ਪਰ ਐਸੇ ਵੀ ਗੁਰੂ ਦੀ ਕਿਰਪਾ ਹੈ ਕਿ ਲੋਕ ਹੈਗੇ ਨੇ ਜਿਹੜੇ ਇਹਨਾਂ ਦੇ ਵਿੱਚ ਫਰਕ ਕੋਈ ਨਹੀਂ ਸਮਝਦੇ। ਕਹਿੰਦੇ ਮਾਂ ਦੇ ਗਰਭ ਦੇ ਵਿੱਚ ਬੱਚਾ ਪਲਦਾ ਪਿਆ ਏ, ਸੁੱਤ ਕੀ ਕਰ ਆਸਾ। ਪੁੱਤਰ ਦੀ ਆਸ ਰੱਖ ਕੇ ਮਾਂ ਦੇ ਗਰਭ ਦੇ ਵਿੱਚ ਉਹ ਬੱਚਾ ਪਲ ਰਿਹਾ ਹੈ ਕਿ ਮੇਰੇ ਘਰੇ ਪੁੱਤਰ ਪੈਦਾ ਹੋਏਗਾ ਤੇ ਕਰੇਗਾ ਕਿ ਵੱਡਾ ਹੋਏ, ਧਨ ਖਾਟ ਦੇ, ਕਰ ਭੋਗ ਬਿਲਾਸਾ। ਪੁੱਤਰ ਵੱਡਾ ਹੋਏਗਾ, ਕਮਾਈ ਕਰੇਗਾ, ਤੇ ਜਦੋਂ ਕਮਾਈ ਕਰੇਗਾ ਤੇ ਸਾਡਾ ਬੁਢੇਪਾ ਜਿਹੜਾ ਸੌਖਾ ਲੰਘ ਜਾਏਗਾ। ਸਾਡਾ ਪੁੱਤਰ ਹੈ, ਕਮਾਵੇਗਾ, ਪੈਸਾ ਕਮਾਏਗਾ, ਉਹ ਘਰ ਲੈ ਕੇ ਆਏਗਾ, ਉਹਦੇ ਨਾਲ ਉਹਦਾ ਜੀਵਨ ਵੀ ਸੌਖਾ, ਸਾਡਾ ਵੀ ਬੁਢੇਪਾ ਜਿਹੜਾ ਸੌਖਾ ਲੰਘ ਜਾਏਗਾ। ਤੇ ਖਿਆਲ ਕਰਿਓ ਸਾਧ ਸੰਗਤ, ਆਪਣੇ ਆਸੇ-ਪਾਸੇ ਝਾਤ ਮਾਰ ਕੇ ਦੇਖੀਏ ਕਿ ਇਹ ਆਸ ਹਰ ਇੱਕ ਮਾਂ ਦੀ, ਹਰ ਇੱਕ ਪਿਤਾ ਦੀ ਪੂਰੀ ਹੁੰਦੀ ਹੈ ਕਿ ਜਿਸ ਪੁੱਤਰ ਦੀ ਆਸ ਰੱਖ ਕੇ ਗਰਭ ਦੇ ਵਿੱਚ ਉਹਨੂੰ ਪਾਲਿਆ, ਜਦੋਂ ਉਹ ਸੰਸਾਰ ਦੇ ਵਿੱਚ ਆਇਆ, ਵੱਡਾ ਹੋਇਆ, ਜਿਹੜੀ ਆਸ ਸੀ ਕਿ ਇਹ ਸਾਡੀ ਸੰਭਾਲ ਕਰੇਗਾ, ਸਾਡੀ ਪਾਲਣਾ ਕਰੇਗਾ, ਸਾਨੂੰ ਬੁਢੇਪੇ ਵਿੱਚ ਸਹਾਰਾ ਦੇਵੇਗਾ, ਕਿ ਉਹ ਪੁੱਤਰ ਵੱਡਾ ਹੋਣ ਤੋਂ ਬਾਅਦ ਆਪਣੇ ਮਾਂ ਪਿਓ ਨੂੰ ਸੰਭਾਲ ਪਾਉਂਦਾ ਹੈ। ਬਹੁਤ ਘੱਟ ਐਸੇ ਪੁੱਤਰ ਨੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜੇ ਮਾਂ ਪਿਓ ਦੀ ਸੰਭਾਲ ਕਰਦੇ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਹੈ ਨਹੀਂ, ਹੈ ਨੇ, ਪਰ ਬਹੁਤ ਐਸੇ ਨੇ ਜਿਹੜੇ ਬੁਢੇਪੇ ਦੇ ਵਿੱਚ ਮਾਂ ਪਿਓ ਨੂੰ ਸੰਭਾਲਣ ਦੀ ਬਜਾਏ ਓਲਡ ਏਜ ਹੋਮ ਦੇ ਵਿੱਚ ਵੀ ਛੱਡ ਆਉਂਦੇ ਨੇ। ਹੁਣ ਆਸ ਤਾਂ ਸੀ ਨਾ ਮਾਂ ਦੇ ਮਨ ਦੇ ਵਿੱਚ, ਉਹਨੂੰ ਇਹ ਥੋੜੀ ਨਾ ਪਤਾ ਸੀ ਕਿ ਵੱਡਾ ਹੋਏਗਾ ਤੇ ਮੈਨੂੰ ਉਹ ਮੇਰਾ ਹੀ ਪੁੱਤਰ ਮੈਨੂੰ ਮੇਰੇ ਹੀ ਘਰ ਦੇ ਵਿੱਚੋਂ ਕੱਢ ਕੇ ਤੇ ਮੈਨੂੰ ਕਿਸੇ ਹੋਰ ਬਗਾਨੀ ਜਗ੍ਹਾ ਤੇ ਛੱਡ ਆਏਗਾ। ਸੋ ਇਸੇ ਕਰਕੇ ਮੈਂ ਕਿਹਾ ਕਿ ਇਨਸਾਨ ਸੋਚ ਸਕਦਾ ਹੈ, ਇਨਸਾਨ ਆਸ ਬਣਾ ਸਕਦਾ ਹੈ, ਇੱਛਾ ਜ਼ਰੂਰ ਰੱਖ ਸਕਦਾ ਹੈ, ਪਰ ਇਹ ਕਲੇਮ ਨਾ ਕਰੇ ਕਿ ਜੋ ਮੈਂ ਸੋਚਦਾ ਪਿਆ ਬਿਲਕੁਲ ਉਸੇ ਤਰ੍ਹਾਂ ਹੀ ਹੋਏਗਾ। ਨਹੀਂ, ਹੋਏਗਾ ਉਹ ਜਿਹੜਾ ਉਸ ਰੱਬ ਨੂੰ ਮਨਜ਼ੂਰ ਹੋਏਗਾ, ਜੋ ਉਹਦੀ ਆਪਣੀ ਰਜ਼ਾ ਹੋਏਗੀ, ਹੋਵੇਗਾ ਬਿਲਕੁਲ ਉਸੇ ਤਰ੍ਹਾਂ। ਬਚਨ ਪੜ੍ਹ ਲਈਏ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਅਸੀਂ ਤਾਂ ਪਰਮਾਤਮਾ ਦੇ ਵਾਸਤੇ ਨਾ ਇੱਕ ਜਿਵੇਂ ਕਠਪੁਤਲੀਆਂ ਵਾਂ, ਕਠਪੁਤਲੀ ਕਹਿ ਲਈਏ ਜੀ, ਪਪਟਸ। ਅਸੀਂ ਤਾਂ ਪਪਟਸ ਹਾਂ, ਉਸ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਡੋਰ ਪਕੜੀ ਹੋਈ ਹੈ, ਤੇ ਜਿਸ ਤਰ੍ਹਾਂ ਉਹਦੀ ਰਜ਼ਾ ਹੁੰਦੀ ਹੈ ਉਸੇ ਤਰ੍ਹਾਂ ਅਸੀਂ ਐਕਸ਼ਨ ਕਰਦੇ ਹਾਂ। ਜਿਵੇਂ ਉਹਦੀ ਰਜ਼ਾ ਹੁੰਦੀ ਹੈ, ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਖਿਲਾਵਣ ਹਾਰੋ ਜਾਣੇ। ਸਾਨੂੰ ਕੁਛ ਨਹੀਂ, ਅਸੀਂ ਉਹਦੀ ਰਜ਼ਾ ਦੇ ਵਿੱਚ, ਜਿਵੇਂ ਸਾਹਿਬ ਜੀ ਕਹਿੰਦੇ ਨਾ, ਪ੍ਰਭ ਡੋਰੀ ਹਾਥ ਤੁਮਾਰੇ। ਹੇ ਮੇਰੇ ਮਾਲਕ ਜੀ, ਤੁਸੀਂ ਸਾਡੀ ਡੋਰ ਜਿਹੜੀ ਹੈ, ਡੋਰ ਕਹਿ ਲਈਏ ਧਾਗਾ, ਥ੍ਰੈਡ, ਸਾਡੀ ਡੋਰ ਜਿਹੜੀ ਹੈ ਨਾ ਜੀਵਨ ਦੀ, ਆਪਣੇ ਹੱਥ ਵਿੱਚ ਪਕੜੀ ਹੋਈ ਹੈ। ਜਿਸ ਤਰ੍ਹਾਂ ਤੁਹਾਡਾ ਹੁਕਮ ਹੁੰਦਾ ਹੈ, ਜਿਵੇਂ ਤੁਹਾਡੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਤੁਸੀਂ ਕਰਦੇ ਹੋ। ਜਾਂ ਕਬੀਰ ਸਾਹਿਬ ਦਾ ਬਚਨ ਪੜ੍ਹ ਲਈਏ। ਕਬੀਰ ਸਾਹਿਬ ਕੀ ਕਹਿੰਦੇ? ਕਹਿੰਦੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹ ਜਾਓ। ਮੈਂ ਰੱਬ ਦਾ ਕਹਿੰਦੇ ਕੁੱਤਾ ਵਾਂ, ਮੇਰੇ ਗਲੇ ਦੇ ਵਿੱਚ ਉਹਨੇ ਆਪਣੇ ਹੁਕਮ ਦੀ ਡੋਰ, ਜੰਜੀਰ, ਚੇਨ ਪਾਈ ਹੋਈ ਹੈ, ਜਿੱਧਰ ਨੂੰ ਉਹ ਖਿੱਚਦਾ ਹੈ ਮੈਂ ਉਧਰ ਨੂੰ ਚਲਿਆ ਜਾਂਦਾ, ਕਿਉਂਕਿ ਸਾਨੂੰ ਚਲਾਉਣ ਵਾਲਾ ਉਹ ਮਾਲਕ ਪਰਮਾਤਮਾ ਹੈ। ਹੋਵੇਗਾ ਉਹੀ ਜੋ ਉਹਦੀ ਰਜ਼ਾ ਹੋਏਗੀ। ਅਸੀਂ ਸੋਚਾਂ ਜ਼ਰੂਰ ਸੋਚ ਸਕਦੇ ਹਾਂ, ਇਹਦੇ ਵਿੱਚ ਸ਼ੱਕ ਕੋਈ ਨਹੀਂ, ਪਰ ਇਹ ਆਪਣੇ ਮਨ ਦੇ ਵਿੱਚੋਂ ਖਿਆਲ ਕੱਢ ਦੇਈ, ਕਿਉਂਕਿ ਜਦੋਂ ਸੋਚਦੇ ਆ ਨਾ, ਕੋਈ ਇੱਛਾ ਲੈ ਕੇ ਆਪਾਂ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਤੇ ਗੁਰੂ ਸਾਹਿਬ ਨੂੰ ਕਹਿ ਦਿੰਦੇ ਹਾਂ, ਮੇਰੇ ਮਾਲਕ ਜੀ ਇਹ ਪ੍ਰੋਬਲਮ ਹੈ, ਜਾਂ ਇਹ ਮੈਨੂੰ ਚਾਹੀਦਾ ਹੈ, ਜਾਂ ਇਸ ਚੀਜ਼ ਦੀ ਲੋੜ ਪੈ ਗਈ, ਕਿਰਪਾ ਕਰੋ। ਉਹ ਆਸ ਲੈ ਕੇ ਆਏ, ਤੇ ਕਈ ਵਾਰ ਉਹ ਆਸ ਜਿਹੜੀ ਹੈ ਪੂਰੀ ਨਹੀਂ ਹੋ ਪਾਉਂਦੀ, ਤੇ ਅਸੀਂ ਬਾਅਦ ਵਿੱਚ ਕੰਪਲੇਨ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇੱਥੇ ਨਾ ਇੱਕ ਗੱਲ ਯਾਦ ਆਈ, ਕੰਪਲੇਨ। ਅਸੀਂ ਰੱਬ ਦੀ ਰਜ਼ਾ ਨੂੰ ਕਦੇ ਸਮਝ ਹੀ ਨਹੀਂ ਪਾਏ, ਅਸੀਂ ਉਹਦੀ ਸਮਰੱਥਾ ਨੂੰ ਕਦੇ ਸਮਝ ਹੀ ਨਹੀਂ ਪਾਏ। ਜੇ ਸਮਝ ਜਾਈਏ ਨਾ, ਫਿਰ ਆ ਜਿਹੜੀਆਂ ਕੰਪਲੇਨਸ ਕਰਦੇ ਨਾ, ਸਾਰੀਆਂ ਖਤਮ ਹੋ ਜਾਣ। ਜਿੰਨੇ ਤੁਸੀਂ ਬੈਠੇ ਹੋ, ਮੈਨੂੰ ਆਸ ਹੈ ਕਿ ਐਵਰੀਵਨ ਨੋਜ਼ ਅਬਾਊਟ ਟਾਈਟੈਨਿਕ, ਜਿਹੜਾ ਜਹਾਜ਼ ਟਾਈਟੈਨਿਕ ਬੜਾ ਫੇਮਸ ਹੈ ਜੀ, ਉਹਦੀ ਮੂਵੀ ਵੀ ਉਹਦੇ ਉੱਤੇ ਬਣੀ, ਹਾਲੀਵੁੱਡ ਨੇ ਮੂਵੀ ਵੀ ਬਣਾਈ।
ਤੇ ਉਹਦੇ ਬਾਰੇ ਕਿਹਾ ਜਾਂਦਾ ਸੀ ਕਿ ਇਹ ਜਿਹੜਾ ਟਾਈਟੈਨਿਕ ਸ਼ਿਪ ਹੈ ਨਾ ਜੀ, ਇਹ ਅਨਸਿੰਕੇਬਲ, ਡੁੱਬੇਗਾ ਹੀ ਨਹੀਂ। ਜਿਹੜਾ ਉਹਦਾ ਕੈਪਟਨ ਸੀ ਨਾ, ਐਡਵਰਡ ਜੌਨ ਸਮਿਥ, ਉਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ, ਕਹਿੰਦਾ ਇਹਨੂੰ ਰੱਬ ਵੀ ਡੁਬਾ ਨਹੀਂ ਸਕਦਾ, ਉਸ ਜਹਾਜ਼ ਨੂੰ ਰੱਬ ਵੀ ਕਹਿੰਦਾ ਡੁਬਾ ਨਹੀਂ ਸਕਦਾ, ਇਹ ਅਨਸਿੰਕੇਬਲ ਹੈ, ਇਹ ਡੁੱਬੇਗਾ ਹੀ ਨਹੀਂ। ਇਹ ਹੁਣ ਉਹਦੀ ਸੋਚ ਸੀ ਨਾ, ਉਹਦਾ ਇਹ ਖਿਆਲ ਸੀ ਨਾ ਕਿ ਇਹ ਡੁੱਬੇਗਾ ਨਹੀਂ, ਕਿਉਂਕਿ ਟੈਕਨੋਲੋਜੀ ਇਹੋ ਜਿਹੀ ਕਹਿੰਦੇ ਯੂਜ਼ ਕੀਤੀ ਗਈ, ਇਹ ਡੁੱਬ ਨਹੀਂ ਸਕਦਾ। ਤੇ ਤੁਹਾਨੂੰ ਪਤਾ ਹੈ ਸਾਧ ਸੰਗਤ, ਫਸਟ ਟਾਈਮ ਉਹ ਸਾਊਥਹੈਂਪਟਨ ਤੋਂ ਇੰਗਲੈਂਡ ਨਿਊਯਾਰਕ ਵਾਸਤੇ ਨਿਕਲਿਆ 10th of April 1912 ਨਿਕਲਿਆ ਸਾਊਥਹੈਂਪਟਨ ਤੋਂ। ਤੇ ਇੱਥੇ ਇੱਕ ਹੋਰ ਗੱਲ ਯਾਦ ਰੱਖਿਓ, ਸਕਾਟਲੈਂਡ ਦੇ ਵਿੱਚ ਇੱਕ ਫੈਮਿਲੀ ਹੈ, ਉਸ ਫੈਮਿਲੀ ਦੇ ਜਿਹੜਾ ਮੈਂਬਰ ਹੈ ਨਾ, ਉਹਦਾ ਨਾਂ ਹੈ ਜੀ ਮਿਸਟਰ ਕਲਾਰਕ, ਹਸਬੈਂਡ ਵਾਈਫ। ਤੇ ਕਹਿੰਦੇ ਨੇ ਉਸ ਪਰਿਵਾਰ ਦੇ ਵਿੱਚ ਉਹਨਾਂ ਦੇ 9 ਬੱਚੇ ਨੇ, 9 ਚਿਲਡਰਨ। ਮਿਸਟਰ ਐਂਡ ਮਿਸਿਸ ਕਲਾਰਕ, ਉਹਨਾਂ ਦੇ 9 ਬੱਚੇ। ਤੇ ਉਹਨਾਂ ਨੇ ਬੜੀ ਮਿਹਨਤ ਕੀਤੀ, ਕਹਿੰਦੇ ਬੜਾ ਹਾਰਡ ਵਰਕ ਕੀਤਾ। ਤੇ ਉਹਨਾਂ ਦੇ ਮਨ ਦੇ ਵਿੱਚ ਇਹ ਇੱਛਾ ਕਿ ਅਸੀਂ ਹੁਣ USA ਦੇ ਵਿੱਚ ਸ਼ਿਫਟ ਹੋਣਾ ਹੈ, ਸਕਾਟਲੈਂਡ ਤੋਂ USA ਦੇ ਵਿੱਚ ਸ਼ਿਫਟ ਹੋਣਾ ਹੈ। ਉਹਦੇ ਵਾਸਤੇ ਉਹਨਾਂ ਮਿਹਨਤ ਕੀਤੀ ਜੀ, ਪੈਸੇ ਇਕੱਠੇ ਕੀਤੇ, ਆਪਣੇ ਬੱਚਿਆਂ ਦੇ ਆਪਣੇ ਪਾਸਪੋਰਟ ਜਿਹੜੇ ਨੇ ਸਾਰੇ ਰੈਡੀ ਕਰਵਾਏ, ਤੇ ਰਜਿਸਟ੍ਰੇਸ਼ਨ ਵੀ ਕਰਵਾਈ, ਸਭ ਕੁਝ ਹੋ ਗਿਆ ਜੀ। ਪਤਾ ਲੱਗਾ ਕਿ ਇਹ ਜਿਹੜਾ ਟਾਈਟੈਨਿਕ ਸ਼ਿਪ ਹੈ ਇਹ ਸਾਊਥਹੈਂਪਟਨ ਤੋਂ ਜਾ ਰਿਹਾ ਹੈ ਜੀ ਨਿਊਯਾਰਕ ਵਾਸਤੇ, ਬੁਕਿੰਗ ਵਗੈਰਾ ਸਭ ਕੁਝ ਆਲ ਡਨ। ਬੜੀ ਐਕਸਾਈਟਮੈਂਟ ਹੈ ਅੰਦਰ। ਯਾਦ ਰਹੇ, ਨਰ ਚਾਹਤ ਕਸ਼ ਔਰ ਹੈ ਕੀ ਔਰ ਹੈ ਭਈ। ਇਨਸਾਨ ਸੋਚਦਾ ਕੁਝ ਹੋਰ ਹੈ ਪਰ ਹੋ ਕੁਝ ਹੋਰ ਹੀ ਜਾਂਦਾ ਹੈ। ਬੜੀ ਐਕਸਾਈਟਮੈਂਟ ਹੈ ਕਿ ਸਮਾਂ ਨੇੜੇ ਆ ਰਿਹਾ ਹੈ ਜਿਸ ਦਿਨ ਸ਼ਿਪ ਤੇ ਬੈਠ ਕੇ ਆਪਾਂ USA ਵਾਸਤੇ ਨਿਕਲ ਜਾਣਾ ਹੈ। 10 ਅਪ੍ਰੈਲ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਜੀ, 10th of April, ਕਿ ਜਿਹੜਾ ਸ਼ਿਪ ਹੈ ਉਹ ਇੰਗਲੈਂਡ ਸਾਊਥਹੈਂਪਟਨ ਤੋਂ ਨਿਕਲੇਗਾ ਨਿਊਯਾਰਕ ਵਾਸਤੇ। ਬਿਫੋਰ 1 ਵੀਕ, ਇੱਕ ਹਫ਼ਤਾ ਪਹਿਲਾਂ ਕੀ ਹੋਇਆ, ਇਹ ਜਿਹੜਾ ਪਰਿਵਾਰ ਹੈ ਨਾ ਸਕਾਟਲੈਂਡ ਦੇ ਵਿੱਚ, ਮਿਸਟਰ ਕਲਾਰਕ, ਇਹਦਾ ਯੰਗੈਸਟ ਸਨ, ਸਭ ਤੋਂ ਛੋਟਾ ਪੁੱਤਰ ਜਿਹੜਾ, ਉਹਨੂੰ ਕੁੱਤੇ ਨੇ ਕੱਟ ਲਿਆ। ਹੀ ਬਿਟਨ ਬਾਈ ਅ ਡੌਗ। ਡਾਕਟਰ ਦੇ ਕੋਲ ਲੈ ਕੇ ਗਏ ਜੀ, ਡਾਕਟਰ ਨੇ ਡਰੈਸਿੰਗ ਵਗੈਰਾ ਕੀਤੀ, ਇੰਜੈਕਸ਼ਨ ਲਗਾਇਆ, ਤੇ ਸਾਰੇ ਪਰਿਵਾਰ ਨੂੰ ਘਰ ਦੇ ਵਿੱਚ ਬੰਦ ਕਰਕੇ ਬਾਹਰ ਇੱਕ ਬੋਰਡ ਲਗਾ ਦਿੱਤਾ। ਕਾਹਦਾ ਜੀ? ਕੁਆਰੰਟੀਨ, 14 ਦਿਨ ਵਾਸਤੇ। ਇੱਕ ਹਫ਼ਤਾ ਰਹਿ ਗਿਆ ਏ, ਜਿਸ ਦਿਨ ਉਹਨਾਂ ਦੀ ਬੁਕਿੰਗ ਹੈ, ਉਹਨਾਂ ਨੇ ਸ਼ਿਪ ਤੇ ਬੈਠ ਕੇ USA ਵਾਸਤੇ ਨਿਕਲਣਾ ਹੈ। ਟਾਈਟੈਨਿਕ ਜਿਹੜਾ ਹੈ 10 ਅਪ੍ਰੈਲ ਨੂੰ ਚੱਲੇਗਾ, ਪਰ ਉਸ ਤੋਂ ਇੱਕ ਹਫ਼ਤੇ ਪਹਿਲੇ ਦੀ ਗੱਲ ਇਹ ਹੈ ਕਿ ਬੱਚੇ ਨੂੰ ਕੁੱਤੇ ਨੇ ਕੱਟ ਲਿਆ ਤੇ ਡਾਕਟਰ ਨੇ ਕਹਿ ਦਿੱਤਾ ਜੀ ਰੇਬੀਜ਼ ਹੋਣ ਦਾ ਖਤਰਾ ਹੈ, ਸੋ ਤੁਹਾਨੂੰ 14 ਦਿਨ ਵਾਸਤੇ ਘਰ ਦੇ ਵਿੱਚ ਕੁਆਰੰਟੀਨ ਕੀਤਾ ਜਾਂਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ 14 ਦਿਨਾਂ ਵਾਸਤੇ ਨਿਕਲ ਹੀ ਨਹੀਂ ਸਕਦਾ, ਨਹੀਂ ਜਾ ਸਕਦੇ, ਸ਼ਹਿਰ ਛੱਡ ਕੇ ਨਹੀਂ ਜਾ ਸਕਦੇ। ਪਤਨੀ ਨੇ ਸੋਚਿਆ ਕਿ ਚਲੋ ਤੁਸੀਂ ਚਲੇ ਜਾਓ, ਕਹਿੰਦਾ ਨਹੀਂ, ਮੈਂ ਪਰਿਵਾਰ ਤੋਂ ਬਿਨਾਂ ਨਹੀਂ ਜਾਣਾ। ਦਿਨ ਆਇਆ 10 ਅਪ੍ਰੈਲ ਦਾ, ਤੇ ਜਿਹੜਾ ਸ਼ਿਪ ਹੈ ਉਹ ਨਿਕਲ ਤੁਰਿਆ ਆਪਣੀ ਮੰਜ਼ਿਲ ਵੱਲ, ਨਿਊਯਾਰਕ ਵੱਲ। ਬੜਾ ਦੁਖੀ ਹੋਇਆ ਮਿਸਟਰ ਕਲਾਰਕ, ਬੜਾ ਦੁਖੀ ਹੋਇਆ, ਅੱਖਾਂ ਦੇ ਵਿੱਚ ਅਥਰੂ ਨੇ ਸਾਧ ਸੰਗਤ। ਹੁਣ ਜਿਸ ਇਨਸਾਨ ਦੀ ਬੜੇ ਲੰਬੇ ਟਾਈਮ ਤੋਂ ਇਹ ਇੱਛਾ, ਇਹ ਡਿਜ਼ਾਇਰ ਹੋਵੇ ਕਿ ਮੈਂ ਜਾਣਾ ਹੈ ਨਿਊਯਾਰਕ ਦੇ ਵਿੱਚ ਜਾ ਕੇ ਸੈਟਲ ਹੋਣਾ ਹੈ, ਉਹਦੇ ਵਾਸਤੇ ਸਾਰੀ ਪ੍ਰਿਪਰੇਸ਼ਨ ਕਰ ਲਈ ਗਈ ਹੈ, ਸਭ ਤਿਆਰੀ ਡਨ ਹੈ, ਐਨ ਮੌਕੇ ਤੇ ਆਣ ਕੇ ਇਸ ਤਰ੍ਹਾਂ ਉਹਦੇ ਨਾਲ ਹੋ ਜਾਵੇ ਤੇ ਦੁੱਖ ਹੁੰਦਾ ਹੈ, ਹੋਵੇਗਾ ਵੀ, ਨੈਚੁਰਲੀ ਹੈ। ਪਤਾ ਲੱਗਾ ਕਿ ਸ਼ਿਪ ਜਿਹੜਾ ਨਿਕਲ ਤੁਰਿਆ ਹੈ। ਇੱਥੇ ਉਹ ਮਿਸਟਰ ਕਲਾਰਕ ਜਿਹੜਾ ਹੈ ਉਹ ਆਪਣੇ ਪੁੱਤਰ ਨੂੰ ਵੀ ਮਾੜਾ ਭਲਾ ਕਹਿੰਦਾ ਹੈ, ਉਹਨੂੰ ਵੀ ਝਿੜਕਦਾ ਹੈ, ਉਹਨੂੰ ਵੀ ਗਾਲਾਂ ਕੱਢਦਾ ਹੈ, ਤੇ ਨਾਲ ਦੀ ਨਾਲ ਰੱਬ ਨੂੰ ਵੀ ਕੰਪਲੇਨ ਕਰਦਾ ਹੈ, ਰੱਬ ਨੂੰ ਵੀ ਮਾੜੇ ਚੰਗੇ ਬੋਲਦਾ, ਕਹਿੰਦਾ ਤੂੰ ਮੇਰੀ ਮਿਹਨਤ ਦਾ ਮੁੱਲ ਹੀ ਨਹੀਂ ਪਾਇਆ, ਤੂੰ ਵੱਡਿਆਂ ਦੀ ਸੁਣਦਾ ਹੈ, ਮੈਂ ਗਰੀਬ, ਮੈਂ ਸੋਚਿਆ ਸੀ ਇੱਦਾਂ ਹੋਏਗਾ, ਮੇਰੀ ਜ਼ਿੰਦਗੀ ਜਿਹੜੀ ਹੈ ਉਹ ਥੋੜ੍ਹੀ ਚੰਗੀ ਹੋ ਜਾਏਗੀ US ਦੇ ਵਿੱਚ ਜਾ ਕੇ, ਤੂੰ ਮੇਰੇ ਨਾਲ ਇੱਦਾਂ ਕੀਤਾ। ਬੜੀ ਕੰਪਲੇਨ ਕੀਤੀ ਜੀ। 4 ਦਿਨ ਹੋਏ, 10 ਤਰੀਕ ਨੂੰ, 10 ਅਪ੍ਰੈਲ ਨੂੰ ਨਿਕਲਿਆ ਜੀ ਇੰਗਲੈਂਡ ਤੋਂ, ਸਾਊਥਹੈਂਪਟਨ ਤੋਂ। 4 ਦਿਨ ਹੋਏ, ਨਿਊਜ਼ ਆ ਗਈ। ਕੀ ਨਿਊਜ਼ ਆਈ ਜੀ? ਕਿ ਜਿਹੜਾ ਟਾਈਟੈਨਿਕ ਹੈ ਇੱਕ ਆਈਸਬਰਗ ਦੇ ਨਾਲ ਟਕਰਾਇਆ, 2 ਟੁਕੜੇ ਹੋ ਗਿਆ, ਤੇ ਉਹ ਜਿਹਨੂੰ ਕਿਹਾ ਜਾਂਦਾ ਸੀ ਕਿ ਇਟ ਇਜ਼ ਅ ਅਨਸਿੰਕੇਬਲ ਸ਼ਿਪ, ਉਹ ਡੁੱਬ ਗਿਆ ਜੀ, ਡੁੱਬ ਗਿਆ ਸਮੁੰਦਰ ਦੇ ਵਿੱਚ। ਸਾਰੇ ਸੰਸਾਰ ਦੇ ਵਿੱਚ ਖਬਰ ਫੈਲ ਗਈ। ਇਹਨੂੰ ਵੀ ਪਤਾ ਲੱਗ ਗਿਆ ਮਿਸਟਰ ਕਲਾਰਕ ਨੂੰ। ਜਦੋਂ ਮਿਸਟਰ ਕਲਾਰਕ ਨੂੰ ਪਤਾ ਲੱਗਾ ਤੇ ਜਾ ਕੇ ਸਭ ਤੋਂ ਪਹਿਲਾਂ ਹੋਰ ਕੁਛ ਨਹੀਂ ਕੀਤਾ, ਉਹਨੇ ਆਪਣੇ ਪੁੱਤਰ ਨੂੰ, ਜਿਹਨੂੰ ਕੁੱਤੇ ਨੇ ਕੱਟਿਆ ਸੀ, ਆਪਣੀ ਗੋਦ ਵਿੱਚ ਚੁੱਕਿਆ ਤੇ ਉਹਨੂੰ ਚੁੰਮਣਾ ਸ਼ੁਰੂ ਕਰ ਦਿੱਤਾ, ਉਹਨੂੰ ਗਲ ਦੇ ਨਾਲ ਲਗਾਇਆ ਬੜਾ ਘੁੱਟ ਕੇ। ਰੀਜ਼ਨ
ਕਿ ਜੇਕਰ ਕੁੱਤਾ ਤੈਨੂੰ ਨਾ ਕੱਟਦਾ ਅਸੀਂ ਵੀ ਉਸ ਸ਼ਿਪ ਦੇ ਵਿੱਚ ਹੋਣਾ ਸੀ ਤੇ ਅੱਜ ਅਸੀਂ ਵੀ ਡੁੱਬ ਜਾਣਾ ਸੀ। ਹੁਣ ਰੱਬ ਦਾ ਵੀ ਸ਼ੁਕਰਾਨਾ ਕਰਦਾ ਪਿਆ, ਰੱਬ ਨੂੰ ਵੀ ਕਰਦਾ, ਕਹਿੰਦਾ ਪਿਆ ਮੇਰੇ ਮਾਲਕ ਮੇਰੇ ਕੋਲ ਗਲਤੀ ਹੋ ਗਈ, ਤੇਰਾ ਬੜਾ ਭਲਾ, ਤੇਰੀ ਬੜੀ ਇਹ ਕਿਰਪਾ ਕਿ ਮੇਰੇ ਬੱਚੇ ਦੇ ਨਾਲ ਇਹ ਘਟਨਾ ਹੋਈ ਤੇ ਸਾਨੂੰ ਡਾਕਟਰ ਨੇ ਕੁਆਰੰਟਾਈਨ ਕੀਤਾ ਤੇ ਅਸੀਂ ਜਾ ਨਹੀਂ ਪਾਏ। ਜੇਕਰ ਚਲੇ ਜਾਂਦੇ ਤੇ ਅੱਜ ਹੋ ਸਕਦਾ ਸੀ ਕਿ ਮੈਂ ਪੂਰੇ ਪਰਿਵਾਰ ਸਮੇਤ ਉਸ ਸਮੁੰਦਰ ਦੇ ਵਿੱਚ, ਐਟਲਾਂਟਿਕ ਦੇ ਵਿੱਚ ਡੁੱਬ ਜਾਂਦਾ ਤੇ ਮੇਰਾ ਪਰਿਵਾਰ ਖਤਮ ਹੋ ਜਾਂਦਾ। ਤੇਰੀ ਕਿਰਪਾ ਦੇ ਨਾਲ ਮੈਂ ਬਚ ਗਿਆ। ਸੋ ਮੇਰੇ ਕਹਿਣ ਦਾ ਮਤਲਬ, ਨਰ ਚਾਹਤ ਕਛ ਔਰ, ਅਸੀਂ ਸੋਚਦੇ ਹਾਂ ਕਿ ਇੱਦਾਂ ਕਰਾਂਗੇ। ਬੜਾ ਪਿਆਰਾ ਵਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਹਿੰਦੇ, ਮਤਾ ਕਰੇ ਪੱਛਮ ਕਹਿ ਤਾਈ। ਰਾਤ ਨੂੰ ਪਰਿਵਾਰ ਦੇ ਨਾਲ ਬੈਠ ਕੇ ਸਲਾਹ ਕੀਤੀ ਜਾਂਦੀ ਹੈ ਕਿ ਫਲਾਣੇ ਰਿਸ਼ਤੇਦਾਰ ਦੇ ਕੋਲੋਂ ਹੋ ਕੇ ਆਈਏ। ਰਾਤ ਨੂੰ ਸਲਾਹ ਕਰਕੇ ਆਰਾਮ ਦੇ ਨਾਲ ਪਰਿਵਾਰ ਸੌਂ ਜਾਂਦਾ ਹੈ। ਸਵੇਰ ਹੁੰਦੀ ਹੈ, ਕੋਈ ਹੋਰ ਹੀ ਨਿਊਜ਼ ਆ ਜਾਂਦੀ ਹੈ। ਸਲਾਹ ਕੀਤੀ ਸੀ, ਚਲੋ ਇੱਦਾਂ ਕਹਿ ਲਈਏ, ਸਲਾਹ ਕੀਤੀ ਸੀ ਕਿ ਆਪਾਂ ਕੱਲ ਨੂੰ ਇੰਡੀਆ ਚੱਲਾਂਗੇ, ਪਰ ਕੋਈ ਹੋਰ ਹੀ ਨਿਊਜ਼ ਆ ਗਈ ਤਾਂ ਹੁਣ ਇੰਡੀਆ ਦੇ ਬਜਾਏ KL ਜਾਣਾ ਪੈ ਰਿਹਾ ਹੈ। ਮਤਾ ਕਰੇ ਪੱਛਮ ਕੇ ਤਾਈ, ਪੱਛਮ ਮਤਲਬ ਵੈਸਟ। ਰਾਤ ਨੂੰ ਸਲਾਹ ਕੀਤੀ ਹੈ, ਇਨਸਾਨ ਸਲਾਹ ਕਰਦਾ ਹੈ ਕਿ ਪੱਛਮ ਵੱਲ, ਵੈਸਟ ਵੱਲ ਜਾਵਾਂਗੇ, ਇੰਡੀਆ ਜਾਵਾਂਗੇ ਕੱਲ ਨੂੰ। ਪਰ ਹੋਇਆ ਕੀ, ਪੂਰਬ ਹੀ ਲੈ ਜਾਤ, ਪੂਰਬ ਹੀ ਲੈ ਜਾਤ, ਪੂਰਬ ਦਾ ਮਤਲਬ ਹੈ ਜੀ ਈਸਟ। ਇਨਸਾਨ ਦੀ ਸਲਾਹ ਕੀਤੀ ਹੋਈ ਵਿੱਚ ਹੀ ਰਹਿ ਜਾਂਦੀ ਹੈ। ਹੁੰਦਾ ਕੀ ਹੈ ਕਿ ਉਸ ਰੱਬ ਦੀ ਰਜ਼ਾ ਦੇ ਮੁਤਾਬਕ ਇਨਸਾਨ ਨੂੰ ਪੂਰਬ ਵੱਲ, KL ਵੱਲ ਜਾਣਾ ਪੈ ਜਾਂਦਾ ਹੈ। ਕੋਈ ਇਹੋ ਜਿਹੀ ਘਟਨਾ ਘਟ ਗਈ, ਆਪਣਾ ਬਣਾਇਆ ਹੋਇਆ ਪ੍ਰੋਗਰਾਮ ਕੈਂਸਲ ਕਰਨਾ ਪਿਆ। ਹੁਣ ਦੇਖੋ, ਤਕਰੀਬਨ ਸਾਲ ਹੋ ਗਿਆ ਜੀ ਕੋਵਿਡ ਨੂੰ ਚੱਲਦੇ ਆ। ਕੋਵਿਡ ਸਟਾਰਟ ਹੋਣ ਤੋਂ ਪਹਿਲਾਂ ਸਾਡੇ ਕਿੰਨੇ ਪਲਾਨ ਸੀ। ਹਰ ਇੱਕ ਇਨਸਾਨ ਦਾ ਆਪਣਾ ਵੱਖਰਾ ਪਲਾਨ ਸੀ। ਉਹ ਪਲਾਨ ਕਰਕੇ ਬੈਠਾ ਸੀ ਕਿ ਇਸ ਤਰ੍ਹਾਂ ਦੇ ਨਾਲ ਇਹ ਸਮਾਂ ਆ ਰਿਹਾ, ਛੁੱਟੀਆਂ ਆ ਰਹੀਆਂ ਨੇ, ਬੱਚਿਆਂ ਦੇ ਐਗਜ਼ਾਮ ਹੋ ਜਾਣੇ, ਇੱਦਾਂ ਕਰਾਂਗੇ, ਇੱਥੇ ਜਾਵਾਂਗੇ, ਇਹ ਦੇਸ਼ ਦੇ ਵਿੱਚ ਘੁੰਮ ਕੇ ਆਵਾਂਗੇ, ਇੱਥੇ ਆਪਾਂ ਜਾ ਕੇ ਆਪਣੀਆਂ ਛੁੱਟੀਆਂ ਸਪੈਂਡ ਕਰਾਂਗੇ। ਉਹ ਸਾਰੇ ਪਲਾਨ ਧਰੇ ਦੇ ਧਰੇ ਰਹਿ ਗਏ। ਕੀ ਹੋਇਆ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਭਈ, ਸਾਲ ਹੋ ਗਿਆ ਕਿਤੇ ਬੰਦਾ ਜਾ ਵੀ ਨਹੀਂ ਸਕਦਾ। ਸੋ ਇਨਸਾਨ ਰੱਬ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ। ਕਈ ਵਾਰ ਅਸੀਂ ਕੰਪਲੇਨ ਕਰਨੀ ਆਣ ਕੇ ਸਟਾਰਟ ਕਰ ਦਿੰਦੇ ਹਾਂ, ਮੇਰੇ ਮਾਲਕ ਤੂੰ ਮੇਰੇ ਨਾਲ ਮਾੜਾ ਕੀਤਾ। ਪਰ ਖਿਆਲ ਕਰਿਓ, ਰੱਬ ਕਿਸੇ ਦੇ ਨਾਲ ਕੁਝ ਮਾੜਾ ਨਹੀਂ ਜੀ ਕਰਦਾ। ਜੋ ਕਰਦਾ ਹੈ ਨਾ ਉਹ ਠੀਕ ਕਰਦਾ ਹੈ। ਬਸ ਫਰਕ ਇੰਨਾ ਕੁ ਹੈ ਕਿ ਉਸ ਦੀ ਰਜ਼ਾ ਦੀ ਸਾਨੂੰ ਸਮਝ ਟਾਈਮ ਆਉਣ ਦੇ ਨਾਲ ਪੈਂਦੀ। ਉਸ ਟਾਈਮ ਤੇ ਤਾਂ ਅਸੀਂ ਕੰਪਲੇਨ ਕਰਦੇ ਹਾਂ, ਨੈਚੁਰਲੀ ਹੁੰਦੀ, ਹਰ ਕੋਈ ਕਰਦਾ ਹੈ। ਪਰ ਉਹਦਾ ਜਦੋਂ ਰਿਜ਼ਲਟ ਸਾਹਮਣੇ ਆਉਂਦਾ ਨਾ, ਮਿਸਟਰ ਕਲਾਰਕ ਦੀ ਤਰ੍ਹਾਂ, ਉਹ ਫਿਰ ਬਾਅਦ ਵਿੱਚ ਉਹਦੇ ਸ਼ੁਕਰਾਨੇ ਦੇ ਵਿੱਚ ਜੁੜਦਾ ਹੈ, ਮੇਰੇ ਮਾਲਕ ਤੂੰ ਹੀ ਕਿਰਪਾ ਕਰਕੇ ਰੱਖ ਲਿਆ, ਨਹੀਂ ਤਾਂ ਮੈਂ ਤਾਂ ਗਿਆ ਸੀ। ਸੋ ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਇਹੀ ਗੱਲ ਸਮਝਾਉਂਦੇ ਪਏ ਨੇ। ਕਹਿੰਦੇ ਨਰ ਚਾਹਤ ਕਛ ਔਰ, ਔਰੇ ਕੀ ਔਰੇ ਭਾਈ। ਇਨਸਾਨ ਸੋਚਦਾ ਕੁਝ ਹੋਰ ਹੈ, ਹੋ ਕੁਝ ਹੋਰ ਹੀ ਜਾਂਦਾ ਹੈ। ਬਿਜ਼ਨਸ ਸਟਾਰਟ ਕਰਦਾ ਹੈ ਕਿ ਇਹਦੇ ਵਿੱਚ ਮੈਨੂੰ ਪ੍ਰੋਫਿਟ ਹੋਏਗਾ, ਇਹ ਥੋੜ੍ਹੀ ਨਾ ਪਤਾ ਸੀ ਕਿ ਇਹ ਬਿਜ਼ਨਸ ਮੈਨੂੰ ਡੁਬੋ ਦੇਵੇਗਾ। ਇਨਸਾਨ ਕਿਤੇ ਥੋੜ੍ਹੇ ਪੈਸੇ ਇਨਵੈਸਟ ਕਰਦਾ ਹੈ ਕਿ ਚਲੋ ਮੈਂ ਇਨਵੈਸਟ ਕਰਾਂ, ਪ੍ਰੋਫਿਟ ਆਏਗਾ, ਲਾਭ ਹੋਏਗਾ ਕੁਝ, ਪਰ ਇਹ ਥੋੜ੍ਹੀ ਨਾ ਪਤਾ ਸੀ ਕਿ ਜਿਹੜੀ ਮੈਂ ਕੈਪੀਟਲ ਲਗਾਉਣਾ ਪਿਆ ਉਹ ਕੈਪੀਟਲ ਵੀ ਚਲੀ ਜਾਏਗੀ, ਉਹ ਪੈਸੇ ਵੀ ਚਲੇ ਜਾਣਗੇ। ਜ਼ਰੂਰੀ ਨਹੀਂ ਕਿ ਜੋ ਇਨਸਾਨ ਸੋਚਦਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੋ ਜਾਏ। ਜੇ ਉਸੇ ਤਰ੍ਹਾਂ ਹੋਣਾ ਸ਼ੁਰੂ ਹੋ ਜਾਏ ਤਾਂ ਫਿਰ ਰੱਬ ਨੂੰ ਕੌਣ ਮੰਨੇ। ਜੇਕਰ ਇਨਸਾਨ ਦੇ ਅਕੋਰਡਿੰਗਲੀ ਹੀ ਸਭ ਕੁਝ ਹੋਣ ਲੱਗ ਪਵੇ ਦੁਨੀਆ ਦੇ ਵਿੱਚ, ਫਿਰ ਰੱਬ ਦੇ ਅੱਗੇ ਆਣ ਕੇ ਨਮਸਕਾਰ ਕੌਣ ਕਰੇਗਾ, ਫਿਰ ਧਰਮ ਨੂੰ ਕੌਣ ਮੰਨੇਗਾ। ਉਹ ਵੱਖਰੀ ਗੱਲ ਹੈ ਕਿ ਐਸੇ ਵੀ ਲੋਕ ਹੈ ਨੇ ਜਿਹੜੇ ਧਰਮ ਤੋਂ ਬਿਲਕੁਲ ਸਾਈਡ ਤੇ ਹੋ ਚੁੱਕੇ ਨੇ ਜੀ, ਧਰਮ ਨਾਂ ਦੀ ਚੀਜ਼ ਕੋਈ ਨਹੀਂ, ਰੱਬ ਨਾਂ ਦੀ ਚੀਜ਼ ਕੋਈ ਨਹੀਂ। ਪਰ ਖਿਆਲ ਰਹੇ ਸਾਧ ਸੰਗਤ, ਰੱਬ ਹੈ ਤੇ ਸਭ ਕੁਝ ਹੈ, ਜੇ ਰੱਬ ਨਹੀਂ ਤੇ ਕੁਝ ਵੀ ਨਹੀਂ। ਸੋ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ। ਠਗੌਰ ਦਾ ਮਤਲਬ ਹੁੰਦਾ ਜੀ ਠੱਗ ਬੂਟੀ। ਠੱਗ ਬੂਟੀ, ਠੱਗ ਬੂਟੀ ਦਾ ਮਤਲਬ, ਕੋਈ ਸਮਾਂ ਸੀ ਜਦੋਂ ਜਿਹੜੇ ਚੋਰ ਡਾਕੂ ਹੁੰਦੇ ਸੀ ਨਾ, ਲੁਟੇਰੇ, ਜਦੋਂ ਰਾਤ ਨੂੰ ਉਹਨਾਂ ਨੇ ਕਿਸੇ ਨੂੰ ਲੁੱਟਣਾ, ਜਿਹੜਾ ਰਾਹਗੀਰ ਮੁਸਾਫਰ ਕੋਈ ਕਿਸੇ ਐਸੇ ਰਸਤੇ ਤੋਂ ਲੰਘਦਾ ਪਿਆ ਜਿੱਥੇ ਬੜਾ ਹਨੇਰਾ ਹੈ, ਬੜਾ ਸੁੰਨਸਾਨ ਇਲਾਕਾ ਹੈ, ਜਦੋਂ ਉਸ ਇਲਾਕੇ ਦੇ ਵਿੱਚੋਂ ਕੋਈ ਇਕੱਲਾ ਲੰਘਦਾ ਪਿਆ ਹੋਵੇ ਨਾ, ਤੇ ਚੋਰ ਡਾਕੂ ਲੁਟੇਰੇ ਕੀ ਕਰਿਆ ਕਰਦੇ ਸੀ, ਇੱਕ ਬੂਟੀ ਕਹਿ ਲਈ, ਇੱਕ ਪੌਦਾ, ਛੋਟਾ ਜਿਹਾ ਪੌਦਾ ਹੁੰਦਾ ਸੀ ਜੀ, ਉਹਨੂੰ ਤੋੜ ਕੇ, ਉਹਨੂੰ ਮਲ ਕੇ ਨਾ ਜੀ, ਤੇ ਉਹ ਰਾਹਗੀਰ ਨੂੰ ਸੁੰਘਾ ਦੇਣੀ, ਉਹਨੂੰ ਸੁੰਘਾ ਦੇਣੀ, ਤੇ ਉਹਦੇ ਨਾਲ ਕੀ ਹੁੰਦਾ ਸੀ, ਉਹ ਬੇਹੋਸ਼ ਹੋ ਜਾਂਦਾ ਸੀ। ਉਹਨੂੰ ਠੱਗ ਬੂਟੀ ਕਹਿੰਦੇ ਸੀ, ਜਿਹਨੂੰ ਸੁੰਘਾ ਕੇ ਮੁਸਾਫਰਾਂ ਨੂੰ, ਰਾਹਗੀਰਾਂ ਨੂੰ ਲੁੱਟਿਆ ਜਾਂਦਾ ਸੀ। ਤੇ ਅੱਜ ਕੱਲ੍ਹ ਦੀ ਗੱਲ ਕਰੀਏ ਤੇ ਦਵਾਈ ਆ ਜਾਂਦੀ ਹੈ ਜੀ, ਜਿਹੜੀ ਰੁਮਾਲ ਤੇ ਪਾਉਂਦੇ ਨੇ, ਸੁੰਘਾਉਂਦੇ ਨੇ, ਬੇਹੋਸ਼ ਹੋ ਜਾਂਦਾ ਹੈ, ਉਹਨੂੰ ਠੱਗ ਬੂਟੀ ਕਹਿੰਦੇ ਸੀ ਪਹਿਲਾਂ।
ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਿ ਇਹ ਜਿਹੜੀ ਮਾਇਆ ਨਾ, ਅਸਲ ਦੇ ਵਿੱਚ ਇਹ ਵੀ ਠੱਗ ਬੂਟੀ ਹੈ। ਇਹ ਵੀ ਠੱਗ ਬੂਟੀ ਹੈ, ਇਨਸਾਨ ਨੂੰ ਠੱਗ ਲੈਂਦੀ। ਇਹਦੇ ਅੰਦਰੋਂ ਸ਼ੁਭ ਗੁਣ ਜਿਹੜੇ ਨੇ ਠੱਗੇ ਜਾਂਦੇ ਨੇ। ਚਾਹੁੰਦਾ ਤਾਂ ਇਹ ਮਾਇਆ ਹੈ, ਪਰ ਮਾਇਆ ਦੀਆਂ ਸੋਚਾਂ ਸੋਚਦਿਆਂ ਹੁੰਦਾ ਕੀ ਹੈ? ਨਾਨਕ ਫਾਂਸੀ ਗਲ ਭਰੀ। ਮੌਤ ਦੀ ਫਾਹੀ ਜਿਹੜੀ ਹੈ ਨਾ, ਉਹ ਗਲ ਦੇ ਵਿੱਚ ਆਣ ਕੇ ਪੈ ਜਾਂਦੀ ਹੈ। ਜਿਹੜਾ ਕੰਮ ਕਰਨਾ ਸੀ ਉਹ ਨਹੀਂ ਕਰਦਾ। ਉਹਦਾ ਰੱਬ ਦਾ ਸ਼ੁਕਰਾਨਾ ਕਰਨਾ ਸੀ, ਰੱਬ ਦੀ ਯਾਦ ਵਿੱਚ ਜੁੜਨਾ ਸੀ, ਉਹਦੀ ਯਾਦ ਵਿੱਚ ਜੁੜ ਕੇ ਚੰਗੇ ਕਰਮ ਕਰਨੇ ਸਨ, ਪਰ ਇਹ ਕੁਛ ਨਹੀਂ ਕੀਤਾ। ਸਿਰਫ ਹਰ ਸਮੇਂ ਸੋਚ ਕੀ ਚੱਲਦੀ ਪਈ ਹੈ ਕਿ ਮਾਇਆ ਆਉਣੀ ਚਾਹੀਦੀ ਹੈ। ਇਹ ਫਰਕ ਨਹੀਂ ਪੈਂਦਾ ਕਿ ਕਿਵੇਂ ਆ ਰਹੀ ਹੈ। ਕਿਸੇ ਦਾ ਹੱਕ ਮਾਰਿਆ ਜਾ ਰਿਹਾ ਹੈ, ਕਿਸੇ ਗਰੀਬ ਨੂੰ ਲੁੱਟਿਆ ਜਾ ਰਿਹਾ ਹੈ, ਇਹਦੇ ਨਾਲ ਫਰਕ ਨਹੀਂ ਮੈਨੂੰ ਪੈਣਾ, ਸਿਰਫ ਮੇਰੇ ਕੋਲ ਮਾਇਆ ਆਉਣੀ ਚਾਹੀਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਬਸ ਇਹਨਾਂ ਸੋਚਾਂ ਦੇ ਵਿੱਚ ਹੀ ਜ਼ਿੰਦਗੀ ਜਿਹੜੀ ਹੈ ਉਹ ਲੰਘ ਜਾਂਦੀ ਹੈ। ਪਰ ਖਿਆਲ ਕਰਿਓ ਸਾਧ ਸੰਗਤ, ਇਸ ਕੰਮ ਵਾਸਤੇ ਜ਼ਿੰਦਗੀ ਲਾਈਫ ਸਾਨੂੰ ਨਹੀਂ ਮਿਲੀ। ਇਸ ਲਾਈਫ ਦਾ ਪਰਪਸ ਇਹ ਹੈ ਕਿ ਉਸ ਰੱਬ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਸਫਲ ਬਣਾਉਣਾ ਹੀ ਇਸ ਜ਼ਿੰਦਗੀ ਦਾ, ਇਸ ਲਾਈਫ ਦਾ ਸਾਡਾ ਪਰਪਸ ਹੈ। ਜੇ ਇਹਦੇ ਨਾਲ ਜੁੜਾਂਗੇ ਤੇ ਸੰਸਾਰਿਕ ਤੌਰ ਤੇ ਵੀ ਸਫਲ ਹੋਵਾਂਗੇ। ਫਿਰ ਇਹਦੀ ਰਜ਼ਾ ਜਿਹੜੀ ਹੈ ਨਾ, ਰੱਬ ਦੀ ਰਜ਼ਾ, ਰੱਬ ਦਾ ਹੁਕਮ, ਉਹ ਸਾਡੀ ਜ਼ਿੰਦਗੀ ਦੇ ਵਿੱਚ ਆਏਗਾ। ਉਹਨੂੰ ਅਸੀਂ ਅਸੈਪਟ ਕਰਨਾ, ਅਸੈਪਟੈਂਸ ਸਾਡੇ ਜੀਵਨ ਦੇ ਵਿੱਚ ਆ ਜਾਏਗੀ। ਫਿਰ ਉਹਦਾ ਹਰ ਇੱਕ ਕੀਤਾ ਹੋਇਆ ਕਾਰਜ ਜਿਹੜਾ ਹੈ ਨਾ, ਉਹ ਸਾਨੂੰ ਚੰਗਾ ਲੱਗੇਗਾ। ਗੁਰੂ ਨਾਨਕ ਸਾਹਿਬ ਨੇ ਵਾਰ-ਵਾਰ ਜਪਜੀ ਸਾਹਿਬ ਪੜ੍ਹੋ, ਜਪਜੀ ਸਾਹਿਬ ਪੜ੍ਹੀ ਨਾ, ਤੇ 4 ਪੌੜੀਆਂ ਆਉਂਦੀਆਂ ਨੇ। ਉਹਨਾਂ 4 ਪੌੜੀਆਂ ਦੇ ਵਿੱਚ ਵਾਰ-ਵਾਰ ਇਹੀ ਗੱਲ ਕਹੀ। ਕੀ ਕਿਹਾ? ਕਹਿੰਦੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ। ਆਹ ਜਿਹੜੀ ਗੱਲ ਹੈ ਨਾ, ਜੋ ਤੁਧ ਭਾਵੈ ਸਾਈ ਭਲੀ ਕਰ, ਇਹ ਅਸੈਪਟੈਂਸ ਜੀਵਨ ਦੇ ਵਿੱਚ ਆ ਜਾਂਦੀ ਹੈ ਉਹਦੇ, ਜਿਨੇ ਆਪਣੇ ਆਪ ਨੂੰ ਮਾਇਆ ਦੇ ਲਾਲਚ ਵਿੱਚੋਂ ਕੱਢ ਕੇ ਰੱਬ ਦੀ ਯਾਦ ਵਿੱਚ ਜੋੜ ਦਿੱਤਾ, ਜਿਨੇ ਪ੍ਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਚੰਗੇ ਕਰਮ ਜੀਵਨ ਦੇ ਵਿੱਚ ਆ ਗਏ, ਉਹਦੇ ਜੀਵਨ ਦੇ ਵਿੱਚ ਫਿਰ ਅਸੈਪਟੈਂਸ ਆ ਜਾਂਦੀ ਹੈ। ਉਹ ਆਣ ਕੇ ਕੰਪਲੇਨ ਵਾਰ-ਵਾਰ ਨਹੀਂ ਕਰੇਗਾ ਕਿ ਤੂੰ ਮੇਰੇ ਨਾਲ ਮਾੜਾ ਕੀਤਾ ਹੈ। ਉਹ ਉਹਦਾ ਸ਼ੁਕਰਾਨਾ ਹੀ ਕਰੇਗਾ ਕਿ ਹੇ ਮੇਰੇ ਮਾਲਕਾ, ਜੋ ਤੂੰ ਕਰਦਾ ਹੈ ਚੰਗਾ ਹੀ ਕਰਦਾ ਹੈ, ਮਾੜਾ ਤੂੰ ਕਿਸੇ ਦਾ ਕਰ ਨਹੀਂ ਸਕਦਾ, ਕਿਉਂਕਿ ਤੇਰੇ ਹੀ ਪੈਦਾ ਕੀਤੇ। ਇੱਕ ਪਿਤਾ ਆਪਣੇ ਬੱਚੇ ਦਾ ਕਦੇ ਮਾੜਾ ਨਹੀਂ ਕਰੇਗਾ, ਬੁਰਾ ਨਹੀਂ ਕਰੇਗਾ। ਕਿਉਂ? ਕਿਉਂਕਿ ਉਹਦਾ ਹੀ ਪੁੱਤਰ ਹੈ। ਤੇ ਪਰਮਾਤਮਾ ਸਾਡਾ ਪਿਤਾ ਹੈ, ਅਸੀਂ ਸਾਰੇ ਹੀ ਉਹਦੇ ਪੁੱਤਰ ਹਾਂ, ਤੇ ਉਹ ਪਿਤਾ ਫਿਰ ਸਾਡੇ ਨਾਲ ਮਾੜਾ ਕਿਵੇਂ ਕਰ ਸਕਦਾ ਹੈ? ਬਸ ਇਸ ਸੋਚ ਦੇ ਵਿੱਚੋਂ ਨਿਕਲੀਏ, ਉਹਦੀ ਰਜ਼ਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ, ਤਾਂ ਕਿ ਜੀਵਨ ਸਾਡਾ ਸਫਲ ਹੋ ਸਕੇ। ਸਤਿਗੁਰੂ ਜੀ ਕਿਰਪਾ ਕਰਨ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੱਲ ਸਮਝਾਈ ਹੈ, ਇਹ ਕਿਤੇ ਸਾਡੀ ਸਮਝ ਦੇ ਵਿੱਚ ਆ ਜਾਏ। ਰੱਬ ਦੀ ਰਜ਼ਾ ਨੂੰ ਪ੍ਰਵਾਨ ਕਰੀਏ। ਸੋਚ ਸਕਦੇ ਹਾਂ, ਸੋਚਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਸਾਡੀ ਸੋਚ ਦੇ ਮੁਤਾਬਕ ਕੁਝ ਨਹੀਂ ਨਾ ਹੁੰਦਾ, ਤੇ ਫਿਰ ਉੱਥੇ ਆਣ ਕੇ ਕੰਪਲੇਨ ਕਰਨੀ ਛੱਡ ਦਈਏ। ਇਹ ਗੱਲ ਧਾਰਨ ਕਰ ਲਈਏ ਕਿ ਹੋਣਾ ਉਹੀ ਹੈ ਜੋ ਉਹਦੀ ਰਜ਼ਾ ਹੋਏਗੀ, ਜੋ ਉਸ ਪ੍ਰਮਾਤਮਾ ਦਾ ਹੁਕਮ ਹੋਏਗਾ। ਗੁਰੂ ਕਿਰਪਾ ਕਰੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਇੱਕ ਵਾਰ ਫੇਰ ਸਰਬੱਤ ਸੰਗਤ ਨੂੰ ਸੰਮਤ 553 553 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।